ਹੈਲੋ एवरीवन ਅਸੀਂ ਕਰ ਰਹੇ ਹਾਂ ਬੀਐਡ ਫਸਟ ਈਅਰ ਦਾ ਜੋ ਆਪਣਾ ਪੰਜਾਬੀ ਦਾ ਪੇਪਰ ਹੈ ਟੀਚਿੰਗ ਆਫ ਪੰਜਾਬੀ ਇਹਦੀ ਫਸਟ ਯੂਨਿਟ ਚੱਲ ਰਹੀ ਹੈ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਪੰਜਾਬੀ ਲਿਪੀ ਦੀ ਕਿ ਜਿਹੜੀ ਆਪਣੀ ਪੰਜਾਬੀ ਭਾਸ਼ਾ ਹੈ ਉਹਦੀ ਲਿਪੀ ਕਿਹੜੀ ਲਿਪੀ ਹੈ ਕਿਸ ਤਰੀਕੇ ਨਾਲ ਜਿਹੜੀ ਆਪਣੀ ਲਿਪੀ ਬਣੀ ਹੈ ਉਸ ਦਾ ਕਿਵੇਂ ਜਨਮ ਹੋਇਆ ਕਿਵੇਂ ਉਸ ਦਾ ਵਿਕਾਸ ਹੋਇਆ। ਆਪਾਂ ਪੰਜਾਬੀ ਲਿਪੀ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿਰਫ ਔਰ ਸਿਰਫ ਲਿਪੀ ਬਾਰੇ ਕਿ ਲਿਪੀ ਕੀ ਚੀਜ਼ ਹੁੰਦੀ ਹੈ, ਲਿਪੀ ਭਾਸ਼ਾ ਲਈ ਕਿਉਂ ਜ਼ਰੂਰੀ ਹੈ। ਇਤਿਹਾਸਕਾਰਾਂ ਦਾ ਮੰਨਣਾ, ਇਤਿਹਾਸਕਾਰਾਂ ਦਾ ਹੀ ਨਹੀਂ ਸਾਨੂੰ ਸਭ ਨੂੰ ਪਤਾ ਕਿ ਕਿਸੇ ਵੀ ਜਿਹੜੀ ਉન્નਤ ਬੋਲੀ ਲਈ ਕਿਸੇ ਵੀ ਜਿਹੜੀ ਵਿਕਸਿਤ ਜਾਂ ਵਿਕਾਸਸ਼ੀਲ ਬੋਲੀ ਲਈ ਲਿਪੀ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜੇਕਰ ਆਪਾਂ ਗੱਲ ਕਰੀਏ ਲਿਪੀ ਵਰਡ ਦੀ, ਜਿਹੜਾ ਲਿਪੀ ਸ਼ਬਦ ਹੈ ਇਹਦਾ ਅਗਰ ਅਰਥ ਦੇਖਿਆ ਜਾਵੇ ਇਹਦਾ ਅਰਥ ਹੁੰਦਾ ਲਿਪੀ ਹੋਈ, ਮਤਲਬ ਸੰਵਾਰੀ ਹੋਈ। ਉਹਨੂੰ ਭਾਸ਼ਾ ਨੂੰ ਕੁਝ ਜਿਹੜੇ ਨਿਯਮ ਨੇ ਉਹ ਦੇਣੇ, ਕੁਝ ਰੂਲ ਜਿਹੜੇ ਰੈਗੂਲੇਸ਼ਨ ਨੇ ਉਹ ਦੇਣੇ। ਜਦੋਂ ਭਾਸ਼ਾ ਦੀ ਕਿਸੇ ਦੀ ਵਿਆਕਰਣ ਬਣ ਜਾਂਦੀ ਹੈ, ਜਦੋਂ ਕੋਈ ਭਾਸ਼ਾ ਸੰਵਾਰੀ ਜਾਂਦੀ ਹੈ, ਉਸਨੂੰ ਲੇਪਿਆ ਜਾਂਦਾ ਹੈ ਤਾਂ ਉਹ ਇੱਕ ਕੀ ਆ ਲਿਪੀ ਦੇ ਜਿਹੜੇ ਅੰਦਰ ਆ ਉਹ ਆ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਪੰਜਾਬੀ ਭਾਸ਼ਾ ਦੀ ਪੰਜਾਬੀ ਭਾਸ਼ਾ ਦਾ ਵੀ ਜਿਹੜਾ ਵਿਕਸਿਤ ਰੂਪ ਹੈ, ਜੋ ਵਿਕਾਸਸ਼ੀਲ ਰੂਪ ਸਾਹਮਣੇ ਆਇਆ, ਉਹਦੇ ਵਿੱਚ ਵੀ ਕੀ ਹੈ ਇੱਕ ਲਿਪੀ ਦਾ ਨਿਰਮਾਣ ਕੀਤਾ ਗਿਆ, ਇੱਕ ਲਿਪੀ ਦਾ ਜਿਹੜਾ ਜਨਮ ਹੈ ਉਹ ਕੀਤਾ ਗਿਆ, ਉਸਦਾ ਜਨਮ ਹੋਇਆ ਤਾਂ ਉਸਦਾ ਅੱਗੇ ਵਿਕਾਸ ਹੋਇਆ ਤੇ ਜਿਹੜਾ ਪੰਜਾਬੀ ਭਾਸ਼ਾ ਨੂੰ ਇੱਕ ਵਧੀਆ ਰੂਪ ਮਿਲਿਆ, ਜੋ ਪੰਜਾਬੀ ਭਾਸ਼ਾ ਨੂੰ ਅੱਜ ਦਾ ਰੂਪ ਮਿਲਿਆ। ਤੇ ਜਿਹੜੀ ਲਿਪੀ ਹੈ ਉਹ ਭਾਸ਼ਾ ਲਈ ਬਹੁਤ ਹੀ ਮਹੱਤਵਪੂਰਨ ਹੈ। ਭਾਸ਼ਾ ਹੀ ਲਈ ਹੀ ਨਹੀਂ, ਸਿਰਫ ਜਦੋਂ ਮਨੁੱਖ ਕੋਈ ਭਾਸ਼ਾ ਬੋਲਦਾ ਹੈ, ਲਿਖਣਾ ਸਟਾਰਟ ਕਰਦਾ, ਬੋਲਣਾ ਸਟਾਰਟ ਕਰਦਾ ਹੈ ਤਾਂ ਮਨੁੱਖ ਦੀ ਵੀ ਬਹੁਤ ਹੀ ਜ਼ਿਆਦਾ ਸਹਾਇਤਾ ਹੈਗੀ ਹੈ ਜਿਹੜੀ ਉਹ ਲਿਪੀ ਦੁਆਰਾ ਕੀਤੀ ਗਈ ਹੈ। ਕਿਉਂਕਿ ਜਿਹੜੀ ਲਿਪੀ ਹੈ ਉਹ ਇੱਕ ਭਾਸ਼ਾ ਨੂੰ ਸੋਧ ਸੰਭਾਲ ਕੇ ਜਿਹੜੇ ਆ ਲੋਕਾਂ ਸਾਹਮਣੇ ਪੇਸ਼ ਕਰਦੀ ਹੈ। ਤੇ ਜਦੋਂ ਪ੍ਰਾਚੀਨ ਸਮੇਂ ਵਿੱਚ ਲੋਕਾਂ ਕੋਲੇ ਨਾ ਤਾਂ ਕਲਮ ਹੁੰਦੀ ਸੀ, ਨਾ ਲਿਖਣ ਨੂੰ ਕੋਈ ਕਾਗਜ਼ ਹੁੰਦਾ ਸੀਗਾ, ਨਾ ਉਹਨਾਂ ਨੂੰ ਕੀ ਸੀਗਾ ਇੱਕ ਦੁਨੀਆ ਨੂੰ ਲਿਖਣਾ ਆਉਂਦਾ ਸੀਗਾ, ਤਾਂ ਪ੍ਰਾਚੀਨ ਸਮੇਂ ਵਿੱਚ ਕੀ ਹੋਇਆ, ਲੋਕਾਂ ਨੇ ਸਟਾਰਟ ਕੀਤਾ ਇੱਕ ਮਿੱਟੀ ਤੇ ਇੱਕ ਫੱਟੀ ਦਾ ਆਕਾਰ ਦਿੱਤਾ। ਮਤਲਬ ਮਿੱਟੀ ਨੂੰ ਆਪਾਂ ਕਹਿ ਲਈਏ ਕਿ ਇੱਕ ਫੱਟੇ ਦੇ ਆਕਾਰ ਦੀ ਤਰ੍ਹਾਂ ਬਣਾ ਲਿਆ ਤੇ ਉਹਦੇ ਉੱਪਰ ਆਪਣੇ ਉਂਗਲਾਂ ਨਾਲ ਹੀ ਕੁਝ ਜਿਹੜੀਆਂ ਫੋਟੋਆਂ ਨੇ ਉਹ ਕੁਝ ਜਿਹੜੇ ਚਿੱਤਰ ਨੇ ਉਹ ਉਕੇਰੇ, ਤਾਂ ਜੋ ਲੋਕ ਆਪਣੇ ਮਨੋਭਾਵਾਂ ਨੂੰ, ਜੋ ਆਪਣੇ ਵਿਚਾਰ ਨੇ ਉਹਨਾਂ ਨੂੰ ਦੂਜਿਆਂ ਸਾਹਮਣੇ ਪੇਸ਼ ਕਰ ਸਕਣ। ਇਸ ਕਰਕੇ ਉਹਨਾਂ ਨੇ ਮਿੱਟੀ ਤੇ ਹੀ ਆਪਣੇ ਜਿਹੜੇ ਚਿੱਤਰ ਉਕੇਰ ਕੇ ਉਹ ਆਪਣੇ ਜਿਹੜੇ ਵਿਚਾਰ ਨੇ ਉਹ ਲੋਕਾਂ ਨੂੰ ਦੱਸਣੇ ਸਟਾਰਟ ਕਰ ਦਿੱਤੇ ਗਏ। ਤੇ ਉਹ ਜਿਹੜੀਆਂ ਮੂਰਤੀਆਂ ਸੀਗੀਆਂ, ਉਹ ਜਿਹੜੇ ਚਿੱਤਰ ਸੀ ਉਹ ਇੱਕ ਆਪਾਂ ਕਹਿ ਦਈਏ ਕਿ ਡੂੰਘਾਈ ਨਾਲ ਵਿਚਾਰਾਂ ਨੂੰ ਨਹੀਂ ਦਰਸਾਉਂਦੇ ਸੀਗੇ। ਉਹ ਇੱਕ ਜਿਹੜਾ ਡੂੰਘਾ ਮਤਲਬ ਹੈ ਉਹ ਲੋਕਾਂ ਤੱਕ ਨਹੀਂ ਸੀ ਪਹੁੰਚਾ ਸਕਦੇ, ਕਿਉਂਕਿ ਕਿਸੇ ਵੀ ਆਪਾਂ ਗੱਲ ਦੀ ਡੂੰਘਾਈ ਨੂੰ ਉਸਨੂੰ ਬੋਲ ਕੇ ਸਮਝਾ ਸਕਦੇ ਹਾਂ ਜਾਂ ਉਸਦੇ ਅਰਥ ਲਿਖ ਕੇ ਦੱਸ ਸਕਦੇ ਹਾਂ। ਆਪਾਂ ਸਿਰਫ ਇਸ਼ਾਰਿਆਂ ਨਾਲ ਉਸਦੀ ਜਿਹੜੀ ਡੂੰਘਾਈ ਆ ਉਹ ਨਹੀਂ ਸਮਝਾ ਸਕਦੇ। ਜਿਹੜੀ ਭਾਸ਼ਾ ਦੀ ਜਿਹੜੀ ਲਿਪੀ ਉਹ ਮਨੁੱਖ ਦਾ ਇੱਕ ਬਹੁਤ ਹੀ ਵੱਡਾ ਆਪਾਂ ਕਹਿ ਦਈਏ ਸਿਰਜਣਾਤਮਕ ਰੂਪ ਮਨੁੱਖ ਨੇ ਸਾਹਮਣੇ ਲਿਆਂਦਾ ਹੈ। ਮਨੁੱਖ ਜਿਹੜਾ ਇਹਨੇ ਇੱਕ ਵਧੀਆ ਕੰਮ ਕੀਤਾ ਹੈ, ਕਿਉਂਕਿ ਜਿਹੜੀ ਭਾਸ਼ਾ ਪਹਿਲਾਂ ਕੀ ਹੁੰਦਾ ਉਹ ਸਿਰਫ ਬੋਲੀ ਜਾਂਦੀ ਹੈ, ਉਹ ਲਿਖੀ ਉਦੋਂ ਜਾਂਦੀ ਹੈ ਜਦੋਂ ਉਸਦੀ ਲਿਪੀ ਬਣ ਜਾਂਦੀ ਹੈ, ਜਦੋਂ ਉਸਦੀ ਲਿਪੀ ਦਾ ਜਿਹੜਾ ਜਨਮ ਹੈ ਉਹ ਹੋ ਜਾਂਦਾ। ਤਾਂ ਜਿਹੜੀ ਲਿਪੀ ਹੈ, ਮਨੁੱਖ ਨੇ ਜਦੋਂ ਲਿਪੀ ਦੀ ਸਿਰਜਣਾ ਕੀਤੀ ਤਾਂ ਲਿਪੀ ਨੇ ਕੀ ਕੀਤਾ, ਭਾਸ਼ਾ ਨੂੰ ਕੰਨ ਮਾਤਰ ਤੋਂ ਹਟਾ ਕੇ ਕੀ ਆ ਉਹਨੂੰ ਇੱਕ ਅੱਖਾਂ ਦਾ ਪ੍ਰਯੋਗ ਕਰਨ ਤੇ ਸ਼ੁਰੂ ਕਰ ਦਿੱਤਾ, ਜਾਂ ਅੱਖਾਂ ਦਾ ਪ੍ਰਯੋਗ ਕਰਨਾ ਉਹਦੇ ਵਿੱਚ ਸਟਾਰਟ ਕਰ ਦਿੱਤਾ। ਕੰਨ ਮਾਤਰ ਦਾ ਮਤਲਬ ਕੀ ਸੀਗਾ ਕਿ ਉਹ ਸਿਰਫ ਸੁਣੀ ਜਾਂਦੀ ਸੀ ਤੇ ਬੋਲੀ ਜਾਂਦੀ ਸੀ। ਅੱਖਾਂ ਮਾਤਰ ਦਾ ਮਤਲਬ ਫਿਰ ਉਹ ਲਿਖਣੀ ਵੀ ਸਟਾਰਟ ਕਰ ਦਿੱਤੀ। ਜਿਵੇਂ ਹੀ ਲਿਪੀ ਹੋਂਦ ਵਿੱਚ ਆਈ ਤਾਂ ਲਿਪੀ ਨੇ ਕੀ ਆ ਭਾਸ਼ਾ ਨੂੰ ਇੱਕ ਸਧੀਰਤਾ ਦਿੱਤੀ, ਉਹਨੂੰ ਇੱਕ ਸਿਥਰਤਾ ਦਿੱਤੀ। ਤਾਂ ਜਿਹੜਾ ਭਾਸ਼ਾ ਦਾ ਵਿਕਾਸ ਹੈ ਉਹ ਸ਼ੁਰੂ ਹੋ ਜਾਂਦਾ, ਇੱਕ ਭਾਸ਼ਾ ਦੀ ਉਹਨੂੰ ਸਥਿਰ ਬਣ ਜਾਂਦੀ ਹੈ ਕਿ ਭਾਸ਼ਾ ਦੀ ਇੱਕ ਹੋਂਦ ਹੈ ਜਿਹੜੀ ਉਹ ਕਾਇਮ ਹੋ ਜਾਂਦੀ ਹੈ। ਤੇ ਇਹਦੀ ਜਿਹੜੀ ਹੋਂਦ ਆ ਉਹਨੂੰ ਸਾਲਾਂ ਤੱਕ, ਉਹਨੂੰ ਸਦੀਆਂ ਤੱਕ ਕੀ ਹੈ ਇੱਕ ਭਾਸ਼ਾ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਤਾਂ ਬਰਕਰਾਰ ਕਿਵੇਂ ਰੱਖਿਆ ਜਾ ਸਕਦਾ ਹੈ, ਉਹ ਕੀ ਹੈ ਲਿਪੀ ਦੀ ਜਿਹੜੀ ਸਹਾਇਤਾ ਨਾਲ, ਠੀਕ ਹੈ, ਭਾਸ਼ਾ ਦੀ ਜਿਹੜੀ ਹੋਂਦ ਆ ਉਹਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਤਾਂ ਫਿਰ ਇਹ ਕੀ ਹੋਇਆ ਕਿ ਜਿਹੜੀ ਆਪਣੀ ਪੰਜਾਬੀ ਭਾਸ਼ਾ ਸੀ ਉਹਦੀ ਹੋਂਦ ਨੂੰ ਬਰਕਰਾਰ ਰੱਖਣ ਲਈ, ਉਹਨੂੰ ਇੱਕ ਨਿਖਰਵਾਂ ਰੂਪ ਦੇਣ ਲਈ ਤੇ ਇੱਕ ਲਿਪੀ ਦੀ ਜਿਹੜੀ ਹੈ ਉਹ ਸਥਾਪਨਾ ਹੋਈ, ਜਿਹੜੀ ਇੱਕ ਲਿਪੀ ਦਾ ਇੱਕ ਜਨਮ ਹੋਇਆ। ਅਗਰ ਆਪਾਂ ਗੱਲ ਕਰੀਏ ਕਿ ਲਿਪੀ ਦਾ ਜਨਮ ਕਦੋਂ ਹੋਇਆ,
ਤਾਂ ਲਿਪੀ ਦਾ ਜਨਮ ਕਿਸੇ ਨੂੰ ਵੀ ਨਹੀਂ ਪਤਾ ਕਦੋਂ ਹੋਇਆ। ਇਹ ਸਾਰੇ ਇੱਕ ਆਈਡੀਆ ਲਗਾ ਸਕਦੇ ਹਾਂ ਕਿ ਲਿਪੀਆਂ ਕਿੰਨਾ ਟਾਈਮ ਨੇ ਜਿਹੜੀਆਂ ਪੁਰਾਣੀਆਂ ਨੇ। ਵੱਖ-ਵੱਖ ਜਿਹੜੇ ਲੋਕ ਨੇ, ਵੱਖ-ਵੱਖ ਜਿਹੜੇ ਵਿਦਵਾਨ ਨੇ, ਉਹਨਾਂ ਦੇ ਆਪਣੇ ਆਪਣੇ ਜਿਹੜੇ ਵਿਚਾਰ ਨੇ ਉਹ ਲਿਪੀ ਤੋਂ ਲੈ ਕੇ ਮੰਨੇ ਜਾਂਦੇ ਹਨ। ਜਿਹੜੀ ਆਪਾਂ ਗੱਲ ਕਰ ਲਈ ਕਿ ਜਿਹੜੀ ਸਭ ਤੋਂ ਪ੍ਰਾਤਨ ਲਿਪੀ ਹੈ ਉਹ ਕੀ ਹੈ, ਉਹ ਬ੍ਰਹਮੀ ਨਾਲ ਜਿਹੜੀ ਸੰਬੰਧਿਤ ਉਹ ਮੰਨੀ ਜਾਂਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਉਹ ਬ੍ਰਹਮਾ ਤੋਂ ਪੈਦਾ ਹੋਈ ਹੈ। ਜਿਹੜੀ ਪ੍ਰਾਚੀਨ ਲਿਪੀ ਆ ਉਹਦਾ ਜਿਹੜਾ ਸੰਬੰਧ ਹੈ ਉਹ ਪ੍ਰਾਚੀਨ ਲਿਪੀ ਦਾ ਸੰਬੰਧ ਕੀ ਹੈ, ਭਾਰਤੀ ਜਿਹੜੀਆਂ ਲਿਪੀਆਂ ਨੇ ਉਹਦੀ ਬ੍ਰਹਮੀ ਨਾਲ ਹੈ। ਔਰ ਜਿਹੜੀ ਬ੍ਰਹਮੀ ਹੈ ਇਹਨੂੰ ਕੀ ਆ, ਜਿਹੜੇ ਬ੍ਰਹਮਾ ਤੋਂ ਮੰਨੀ ਹੋਈ ਮੰਨੀ ਜਾਂਦੀ ਹੈ ਕਿ ਜਿਹੜੀ ਲਿਪੀ ਉਹ ਬ੍ਰਹਮਾ ਨੇ ਪੈਦਾ ਕੀਤੀ ਹੈ। ਤੇ ਜਿਹੜੇ ਸੀਗੇ ਕਿ ਮੁਸਲਮਾਨ ਯਹੂਦੀ ਸੀਗੇ, ਜਿਹੜੇ ਯਹੂਦੀ ਸੀਗੇ ਉਹਨਾਂ ਨੇ ਕੀ ਮੰਨਿਆਗਾ ਕਿ ਜਿਹੜੀ ਉਹਨਾਂ ਦੀ ਲਿਪੀ ਹੈ ਉਹ ਉਹਨਾਂ ਨੂੰ ਉਹਨਾਂ ਦੇ ਪਰਮਾਤਮਾ ਨੇ ਦਿੱਤੀ ਹੈ। ਉਹਨਾਂ ਦੇ ਜਿਹੜੇ ਪੈਗੰਬਰ ਮੂਸਾ ਨੇ ਉਹਨਾਂ ਨੇ ਯਹੂਦੀਆਂ ਨੂੰ ਉਹਨਾਂ ਦੀ ਲਿਪੀ ਦਿੱਤੀ ਹੈ। ਜੇਕਰ ਆਪਾਂ ਗੱਲ ਕਰੀਏ ਯੂਨਾਨੀ ਲੋਕਾਂ ਦੀ ਤਾਂ ਉਹ ਲੋਕ ਮੰਨਦੇ ਨੇ ਕਿ ਜਿਹੜੀ ਉਹਨਾਂ ਦੀ ਲਿਪੀ ਹੈ ਉਹ ਉਹਨਾਂ ਦੇ ਜਿਹੜੇ ਕੇਡਮਸ ਦੇਵਤਾ ਨੇ ਉਹਨਾਂ ਦੀ ਦਿੱਤੀ ਹੋਈ ਮੰਨੀ ਗਈ ਹੈ। ਤੇ ਜੇ ਆਪਾਂ ਗੱਲ ਕਰੀਏ ਆਪਣੀ ਪੰਜਾਬੀ ਲਿਪੀ ਦੀ, ਪੰਜਾਬੀ ਲਿਪੀ ਦਾ ਜਿਹੜਾ ਨਾਮ ਹੈ ਉਹ ਗੁਰਮੁਖੀ ਹੈ। ਤਾਂ ਸਾਡੇ ਲੋਕ, ਸਾਡੇ ਵਿਦਵਾਨ ਕੀ ਮੰਨਦੇ ਨੇ ਕਿ ਜਿਹੜੀ ਸਾਡੀ ਪੰਜਾਬੀ ਦੀ ਲਿਪੀ ਹੈ ਗੁਰਮੁਖੀ ਲਿਪੀ, ਕਿ ਉਹ ਆ ਜਿਹੜੀ ਉਹ ਗੁਰੂ ਸਾਹਿਬਾਨਾਂ ਦੀ ਦੇਣ ਹੈ। ਤੇ ਤਾਂ ਕਰਕੇ ਕਿ ਗੁਰੂ ਦੇ ਮੁਖ ਤੋਂ ਉਪਜੀ ਹੋਈ ਹੈ, ਗੁਰੂਆਂ ਨੇ ਆਪਣੇ ਇਹਦੀ ਜਿਹੜੀ ਸਿਰਜਣਾ ਕੀਤੀ ਹੈ ਤੇ ਇਹਦਾ ਨਾਮ ਗੁਰਮੁਖੀ ਰੱਖ ਦਿੱਤਾ ਗਿਆ। ਉਹਨਾਂ ਦੇ ਅਨੁਸਾਰ ਕੀ ਹੈ ਕਿ ਜਿਹੜੀ ਗੁਰਮੁਖੀ ਲਿਪੀ ਹੈ ਉਹ ਸਾਡੇ ਗੁਰੂਆਂ ਦੀ ਦੇਣ ਹੈ। ਤਾਂ ਇਸ ਕਰਕੇ ਲਿਪੀ ਦੇ ਨਾਲ ਜਿਹੜੇ ਵਿਚਾਰ ਨੇ, ਲਿਪੀਆਂ ਦੇ ਨਾਲ ਸੰਬੰਧਿਤ ਜਿਹੜੇ ਵਿਚਾਰ ਨੇ ਉਹ ਵਿਦਵਾਨਾਂ ਨੇ ਆਪਣੇ ਆਪਣੇ ਜਿਹੜੇ ਵਿਚਾਰ ਦਿੱਤੇ ਨੇ। ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਭਾਸ਼ਾ ਦੀ ਜਾਂ ਫਿਰ ਜਿਹੜੀ ਲਿਪੀ ਹੈ ਉਹਦਾ ਜਿਹੜਾ ਵਿਕਾਸ ਹੈ, ਜਿਹੜਾ ਉਹਦਾ ਜਨਮ ਹੈ ਉਹ ਕਦੋਂ ਮੰਨਿਆ ਜਾਂਦਾ ਹੈ। ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਭਾਰਤ ਦੀ ਪ੍ਰਾਚੀਨ ਲਿਪੀ ਹੈ, ਜਿਹੜੀ ਭਾਰਤ ਦੀ ਪ੍ਰਾਚੀਨ ਭਾਸ਼ਾ ਹੈਗੀ ਆ, ਜਿਹੜੀ ਲਿਪੀ ਆ ਉਹ ਕੀ ਆ, ਬ੍ਰਹਮੀ ਨਾਲ ਸੰਬੰਧਿਤ ਹੈ। ਬ੍ਰਹਮੀ ਜਿਹੜੀ ਭਾਸ਼ਾ ਉਹਦੇ ਨਾਲ ਜਿਹੜੀ ਪ੍ਰਾਚੀਨ ਲਿਪੀ ਹੈ ਉਹ ਰਿਲੇਟਡ ਹੈ। ਹੁਣ ਤੱਕ ਦੀ ਜੋ ਖੋਜ ਅਨੁਸਾਰ ਪ੍ਰਾਚੀਨ ਲਿਪੀ ਪ੍ਰਾਪਤ ਹੋਈ ਹੈ ਤਾਂ ਵਿਦਵਾਨਾਂ ਨੇ ਉਹ ਲਗਭਗ 10,000 ਸਾਲ ਪਹਿਲਾਂ ਮੰਨੀ ਗਈ ਹੈ ਕਿ ਉਸ ਦੀ ਖੋਜ ਸੀ, ਕਿ ਜਿਹੜੀ ਉਹ 10,000 ਸਾਲ ਜਿਹੜੀ ਪਹਿਲਾਂ ਲਿਪੀ ਦੀ ਖੋਜ ਹੋਈ ਹੈ। ਤੇ ਉਸ ਦਾ ਕੀ ਹੈ, ਜਿਹੜਾ ਆਰੰਭ 10,000 ਸਾਲ ਪਹਿਲਾਂ ਹੋ ਚੁੱਕਿਆ ਹੈ। ਔਰ ਜਿਹੜੀ ਗੱਲ ਕਰਦੇ ਹਾਂ ਆਪਾਂ ਲਗਭਗ 4000 ਈਸਵੀ ਪੂਰਵ ਕੀ ਹੈ, ਜਿਹੜੀ ਲਿਖਣ ਦੀ ਪद्धਤੀ ਹੈ ਉਹ ਸਟਾਰਟ ਹੋ ਗਈ ਸੀ। ਉਹਨੂੰ ਇੱਕ ਲਿਖਤੀ ਜਿਹੜਾ ਰੂਪ ਹੈ ਉਹ ਦੇ ਦਿੱਤਾ ਗਿਆ ਸੀ। ਜਿਹੜੀ ਲਿਪੀ ਹੈ ਉਹ ਵੀ ਡਾਇਰੈਕਟ ਮਤਲਬ ਕਿ ਆਪਾਂ ਨੂੰ ਲਿਖਣੀ ਸਟਾਰਟ ਨਹੀਂ ਕਰਤੀ ਸੀ, ਜਿਹੜੇ ਧੁਨੀਆਂ ਨੇ ਉਹਨੂੰ ਇੱਕ ਆਕਾਰ ਨਹੀਂ ਦੇ ਦਿੱਤਾ ਸੀਗਾ। ਇੱਥੋਂ ਤੱਕ ਆਉਂਦੇ ਵੀ ਕੀ ਹੋਇਆ ਸੀਗਾ, ਉਹਨੂੰ ਵੱਖ-ਵੱਖ ਜਿਹੜੇ ਪੜਾਅ ਨੇ ਉਹਨਾਂ ਵਿੱਚ ਦੀ ਉਹਨੂੰ ਲੰਘਣਾ ਪਿਆ ਸੀਗਾ। ਬਹੁਤ ਸਾਰੇ ਜਿਹੜੇ ਇਹਦੇ ਵਿਚਾਰ ਨੇ, ਬਹੁਤ ਸਾਰੇ ਲੋਕ ਮੰਨਦੇ ਨੇ ਕਿ ਕਿਵੇਂ ਜਿਹੜੀ ਲਿਪੀ ਅੱਜ ਦੀ ਲਿਖਤੀ ਰੂਪ ਵਿੱਚ ਪਹੁੰਚੀ ਉਹ ਕਿਵੇਂ ਪਹੁੰਚੀ ਹੈ। ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਲਿਪੀ ਦਾ ਵਿਕਾਸ ਹੈ ਉਹ ਕਿਵੇਂ ਹੋਇਆ ਸੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗੰਡ ਲਿਪੀ, ਕਿ ਜਿਹੜੀ ਲਿਪੀ ਸੀਗੀ ਇਹ ਪੰਜਾਬੀ ਲਿਪੀ ਨਹੀਂ, ਪਹਿਲਾਂ ਜਿਹੜੀ ਸਿਰਫ ਲਿਪੀ ਸੀਗੀ, ਸਿਰਫ ਲਿਪੀ ਜਿਹੜੀ ਪਹਿਲਾਂ ਕੀ ਸੀ, ਉਹਦਾ ਪਹਿਲਾ ਰੂਪ ਕੀ ਸੀਗਾ, ਉਹਨੂੰ ਗੰਡ ਲਿਪੀ ਬੋਲਿਆ ਜਾਂਦਾ ਸੀਗਾ। ਗੰਡ ਲਿਪੀ ਦਾ ਕੀ ਮਤਲਬ ਸੀਗਾ, ਇੱਥੇ ਲਿਖਣਾ ਤਾਂ ਕੁਛ ਆਉਂਦਾ ਨਹੀਂ ਸੀਗਾ, ਇੱਥੇ ਲੋਕਾਂ ਨੇ ਧਾਗਿਆਂ ਨੂੰ ਗੰਢਾਂ ਦੇ ਕੇ, ਰੰਗ ਬਰੰਗੇ ਧਾਗਿਆਂ ਨੂੰ ਗੰਢਾਂ ਦੇ ਕੇ ਆਪਣੇ ਜਿਹੜੇ ਸੁਨੇਹੇ ਸੀਗੇ ਆਪਣੇ ਰਿਸ਼ਤੇਦਾਰਾਂ ਤੱਕ, ਆਪਣੇ ਆਲੇ ਦੁਆਲੇ ਲੋਕਾਂ ਤੱਕ ਪਹੁੰਚਾਉਣੇ ਸਟਾਰਟ ਕਰ ਦਿੱਤੇ। ਆਪਾਂ ਮੰਨ ਲਈਏ ਕਿ ਅਗਰ ਕੋਈ ਖੁਸ਼ੀ ਦਾ ਸੁਨੇਹਾ ਪਹੁੰਚਾ ਰਿਹਾ ਸੀਗਾ ਤਾਂ ਲਾਲ ਰੰਗ ਦੇ ਧਾਗੇ ਨੂੰ ਗੰਢਾਂ ਦੇ ਦਿੱਤੀਆਂ ਗਈਆਂ। ਅਗਰ ਕੋਈ ਗਮੀ ਦਾ ਸੁਨੇਹਾ ਪਹੁੰਚਾ ਰਿਹਾ ਸੀਗਾ ਤਾਂ ਚਿੱਟੇ ਰੰਗ ਦੇ ਧਾਗੇ ਨੂੰ ਜਿਹੜੀਆਂ ਗੰਢਾਂ ਦੇ ਕੇ ਭੇਜ ਦਿੱਤਾ ਜਾਂਦਾ ਸੀ। ਉਹ ਗੰਢਾਂ ਵੀ ਮੌਕੇ ਦੇ ਅਨੁਸਾਰ ਗਿਣਤੀ ਨਾਲ ਬੰਨੀਆਂ ਜਾਂਦੀਆਂ ਸੀਗੀਆਂ। ਪਰ ਕੀ ਹੋਇਆ ਕਿ ਜਿਹੜੀ ਗੰਢ ਲਿਪੀ ਹੈ ਇਹ ਜਿਹੜੇ ਡੂੰਘਾਈ 'ਚ ਸੁਨੇਹੇ ਨਹੀਂ ਸੀ ਪਹੁੰਚਾ ਸਕਦੀ। ਤਾਂ ਜਿਹੜੇ ਗੰਢ ਲਿਪੀ ਦੇ ਅਗਰ ਆਪਾਂ ਨਮੂਨੇ ਦੇਖੀ ਜਾਈਏ ਕਿੱਥੇ ਕਿੱਥੇ ਮਿਲੇ ਸੀਗੇ, ਤਾਂ ਇਹਨਾਂ ਵਿੱਚ ਜਿਹੜੇ ਸੀਗੇ ਦੱਖਣੀ ਅਮਰੀਕਾ ਦਾ ਜਿਹੜਾ ਇੱਕ ਪੇਰੂ ਨਾਮ ਦਾ ਸਥਾਨ ਹੈ, ਪੇਰੂ ਦਾ ਜਿਹੜਾ ਏਰੀਆ ਵਾ ਉੱਥੇ ਕੀ ਆ ਗੰਢ ਲਿਪੀ ਦੇ ਜਿਹੜੇ ਨਮੂਨੇ ਮਿਲਦੇ ਸੀਗੇ। ਤਾਂ ਇਸ ਤੋਂ ਬਾਅਦ ਜਦੋਂ ਗੰਢ ਲਿਪੀ ਨਾਲ ਉਹ ਚੀਜ਼ਾਂ ਡੂੰਘਾਈ ਨਾਲ ਮਤਲਬ ਪ੍ਰੋਪਰ ਤਰੀਕੇ ਨਾਲ ਨਹੀਂ ਸੀ ਟ੍ਰਾਂਸਫਰ ਹੋ ਰਹੀਆਂ, ਉਸ ਤੋਂ ਬਾਅਦ ਜਿਹੜੀ ਲਿਪੀ ਦਾ ਵਿਕਾਸ ਕੀਤਾ ਉਹ ਸੀਗੀ ਚਿੱਤਰ ਲਿਪੀ।
ਚਿੱਤਰ ਲਿਪੀ ਵਿੱਚ ਕੀ ਸੀਗਾ ਕਿ ਮੌਕੇ ਅਨੁਸਾਰ ਜਿਹੋ ਜਿਹਾ ਸੁਨੇਹਾ ਆਪਾਂ ਭੇਜਣਾ ਗਾ ਉਸੇ ਤਰੀਕੇ ਦੇ ਜਿਹੜੇ ਕੀ ਆ ਚਿੱਤਰ ਬਣਾ ਕੇ ਭੇਜ ਦਿੱਤੇ ਜਾਂਦੇ ਸੀਗੇ। ਤਾਂ ਜਿਹੜੇ ਚਿੱਤਰ ਸੀ ਉਹ ਕਾਫੀ ਹੱਦ ਤੱਕ ਗੰਢ ਲਿਪੀ ਨਾਲੋਂ ਜਿਹੜਾ ਜ਼ਿਆਦਾ ਸਾਡਾ ਡੂੰਘਾ ਸੁਨੇਹਾ ਦੇ ਸਕਦੇ ਸੀਗੇ। ਪਰ ਫਿਰ ਵੀ ਕੀ ਸੀਗਾ ਕਿਤੇ ਨਾ ਕਿਤੇ ਜਿਹੜੇ ਮਨੋਭਾਵ ਸੀਗੇ, ਜਿਹੜੇ ਹਾਵ ਭਾਵ ਸੀ, ਉਹ ਚੰਗੀ ਤਰੀਕੇ ਨਾਲ ਫਿਰ ਵੀ ਨਹੀਂ ਸੀ ਜਿਹੜੇ ਪਹੁੰਚ ਸਕਦੇ ਸੀਗੇ। ਤਾਂ ਪੱਛਮੀ ਦੇਸ਼ਾਂ ਵਿੱਚ ਬਹੁਤੇ ਤੌਰ ਤੇ ਪੱਛਮੀ ਜਿਹੜੇ ਦੇਸ਼ ਸੀਗੇ ਉਹਨਾਂ ਵਿੱਚ ਕੀ ਸੀ ਚਿੱਤਰ ਲਿਪੀ ਦੇ ਜਿਹੜੇ ਨਮੂਨੇ ਮਿਲਦੇ ਨੇ। ਅੱਗੇ ਆਪਾਂ ਗੱਲ ਕਰਦੇ ਹਾਂ ਅਜੋਕੀਆਂ ਲਿਪੀਆਂ। ਚਿੱਤਰ ਲਿਪੀ ਤੋਂ ਬਾਅਦ ਸੀ ਜੋ ਅਜੋਕੀਆਂ ਲਿਪੀਆਂ ਦਾ ਜਿਹੜਾ ਟਾਈਮ ਆਇਆ, ਉਹਨਾਂ ਦਾ ਜਿਹੜਾ ਸਮਾਂ ਸੀ ਉਹ ਆਇਆ। ਹੁਣ ਜੋ ਅਜੋਕੀਆਂ ਲਿਪੀਆਂ ਸੀਗੀਆਂ ਤਾਂ ਕੀ ਸੀਗਾ ਕਿ ਜਦੋਂ ਚਿੱਤਰ ਭਾਵੇਂ ਆਪਣੇ ਸੂਖਮ ਵਿਚਾਰ ਮਤਲਬ ਆਪਣੇ ਜਿਹੜੇ ਭਾਵਾਂ ਦੀ ਜਿਹੜੀ ਗਹਿਰਾਈ ਸੀਗੀ, ਠੀਕ ਹੈ, ਉਹਨਾਂ ਨੂੰ ਜਦੋਂ ਚੰਗੀ ਤਰ੍ਹਾਂ ਨਹੀਂ ਪਹੁੰਚਾ ਸਕਦੇ ਸੀਗੇ ਤਾਂ ਫਿਰ ਉਹਨਾਂ ਵਿੱਚੋਂ ਅਜੋਕੀਆਂ ਲਿਪੀਆਂ ਨਿਕਲੀਆਂ ਜਿਹਦੇ ਵਿੱਚ ਕੀ ਸੀਗਾ ਕੁਝ ਜਿਹੜੇ ਹਾਵ ਭਾਵ ਸੀਗੇ, ਕੁਝ ਜਿਹੜੀਆਂ ਧੁਨੀਆਂ ਸੀਗੀਆਂ ਤੇ ਕੁਝ ਜਿਹੜੀਆਂ ਕਿ ਧੁਨੀਆਂ ਦੇ ਥੋੜੇ ਮੋਟੇ ਆਕਾਰ ਸੀਗੇ। ਅਜੋਕੀਆਂ ਲਿਪੀਆਂ ਵਿੱਚ ਇਹ ਸਾਰੀਆਂ ਲਿਪੀਆਂ ਪੈਦਾ ਹੋਈਆਂ, ਇਹ ਸਾਰੀਆਂ ਲਿਪੀਆਂ ਦਾ ਜਿਹੜਾ ਸਮਾਂ ਲੰਘਿਆ, ਠੀਕ ਹੈ। ਕੁਝ ਧੁਨੀਆਂ ਦੇ ਨਾਲ ਲੋਕਾਂ ਨੇ ਕੁਝ ਇਸ਼ਾਰਿਆਂ ਦੇ ਨਾਲ ਆਪਣੇ ਜਿਹੜੇ ਮਨੋਭਾਵ ਸੀਗੇ ਉਹ ਕੀ ਹੈ ਦੂਸਰਿਆਂ ਦੇ ਸਾਹਮਣੇ ਰੱਖਣੇ ਸਟਾਰਟ ਕਰ ਦਿੱਤੇ ਗਏ, ਠੀਕ ਹੈ। ਕੁਛ ਇੱਕ ਜਿਹੜੇ ਚਿੰਨ੍ਹ ਸੀਗੇ, ਕੁਛ ਚਿੰਨ੍ਹਾਂ ਦਾ ਵਿਕਾਸ ਕਰ ਲਿਆ ਗਿਆ ਆਪਣੇ ਮਨੋਭਾਵਾਂ ਨੂੰ ਦੂਸਰਿਆਂ ਤੱਕ ਪਹੁੰਚਾਉਣ ਲਈ। ਤਾਂ ਇਹ ਸੀਗਾ ਅਜੋਕੀਆਂ ਲਿਪੀਆਂ ਦੇ ਜਿਹੜੇ ਅੰਡਰ ਆਉਂਦੇ ਸੀਗੇ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਗੁਰਮੁਖੀ ਲਿਪੀ ਹੈ ਉਸ ਦਾ ਵਿਕਾਸ, ਜਿਹੜੀ ਪੰਜਾਬੀ ਭਾਸ਼ਾ ਦੀ ਆਪਣੀ ਲਿਪੀ ਹੈ ਗੁਰਮੁਖੀ, ਉਸ ਦਾ ਵਿਕਾਸ। ਤਾਂ ਇਹਦਾ ਕੀ ਵਿਕਾਸ ਮੰਨਿਆ ਜਾਂਦਾ ਜੇਕਰ ਆਪਾਂ ਗੱਲ ਕਰਦੇ ਇਹਦੇ ਵਿਕਾਸ ਲਈ ਕਿ ਸਿੰਧ ਘਾਟੀ ਵਿੱਚ ਹੜੱਪਾ ਤੇ ਜਿਹੜੇ ਮੋਹਨਜੋਦੜੋ ਸੰਸਕ੍ਰਿਤੀਜ਼ ਰਹੀਆਂ ਨੇ, ਜਿਹੜੀਆਂ ਸੰਸਕ੍ਰਿਤੀਆਂ ਸੀਗੀਆਂ ਮੋਹਨਜੋਦੜੋ ਤੇ ਸਿੰਧ ਘਾਟੀ ਦੀਆਂ ਸੀਗੀਆਂ। ਹੜੱਪਾ ਤਾਂ ਉਹ 5000 ਈਸਵੀ ਪੂਰਵ ਇਹਦੀਆਂ ਜਿਹੜੀਆਂ ਬਹੁਤ ਵੱਡੀ ਇੱਕ ਸੱਭਿਅਤਾ ਜਿਹੜੀ ਵਿਕਸਿਤ ਹੋਈ ਸੀ ਟਾਈਮ ਦੇ ਨਾਲ ਨਾਲ। ਕੁਛ ਇੱਕ ਜਿਹੜੀ ਆਪਾਂ ਕਹਿ ਦਈਏ ਕਿ ਕੁਦਰਤੀ ਜਿਹੜੇ ਉਥਲ ਪੁਥਲ ਸੀਗੀਆਂ ਜਾਂ ਕੁਝ ਕੁਦਰਤੀ ਆਫਤਾਂ ਸੀਗੀਆਂ, ਇਹ ਜਿਹੜੀ ਸੱਭਿਅਤਾ ਸੀਗੀ ਉਹ ਕੀ ਸੀ ਇੱਕ ਗਰਕ ਹੋ ਗਈ, ਇਹ ਜਿਹੜੀ ਸੱਭਿਅਤਾ ਖਤਮ ਹੋ ਗਈ। ਪਰ ਇੱਥੋਂ ਕੀ ਸੀ ਇੱਕ ਲਿਪੀ ਵਿਕਸਿਤ ਹੋ ਚੁੱਕੀ ਸੀਗੀ, ਜਿਹੜੀ ਲਿਪੀ ਆਪਾਂ ਕਹਿ ਦਈਏ ਕਿ ਬ੍ਰਹਮੀ ਦੇ ਨਾਂ ਨਾਲ ਇੱਕ ਲਿਪੀ ਬਣ ਗਈ ਸੀ, ਜਿਹੜੀ ਕਿ ਆਪਣੀ ਪੰਜਾਬੀ ਭਾਸ਼ਾ ਜਾਂ ਆਪਣੀ ਇੱਕ ਗੁਰਮੁਖੀ ਲਿਪੀ ਦਾ ਇੱਕ ਸੋਮਾ ਮੰਨਿਆ ਜਾਂਦਾ ਗਾ। ਕਿਉਂਕਿ ਜਿਹੜੀ ਬ੍ਰਹਮੀ ਲਿਪੀ ਹੈ ਇਹਨੂੰ ਸਭ ਤੋਂ ਪੁਰਾਣੀ ਲਿਪੀ ਮੰਨਿਆ ਜਾਂਦਾ ਹੈ। ਇਸ ਨੂੰ ਜਿਹੜਾ ਬ੍ਰਹਮੀ ਦਾ ਨਾਮ ਦੇ ਦਿੱਤਾ ਗਿਆ ਸੀ ਉਹ 5000 ਈਸਵੀ ਪੂਰਵ ਜਿਹੜੀ ਸੱਭਿਅਤਾ ਵਿਕਸਿਤ ਹੋਈ ਸੀ, ਉਸ ਸੱਭਿਅਤਾ ਨੇ ਜੋ ਵੀ ਆਪਣੀਆਂ ਲਿਪੀ ਜੋ ਵਿਕਸਿਤ ਕੀਤੀ ਸੀਗੀ ਆਪਣੀ ਸਹੂਲੀਅਤ ਲਈ, ਆਪਣੇ ਜਿਹੜੇ ਸੁੱਖ ਸੁਨੇਹੇ ਲੋਕਾਂ ਤੱਕ ਪਹੁੰਚਾਉਣ ਲਈ। ਤਾਂ ਫਿਰ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਬ੍ਰਹਮੀ ਲਿਪੀ ਸੀ, ਬ੍ਰਹਮੀ ਲਿਪੀ ਤੋਂ ਬਾਅਦ ਜਿਹੜਾ ਸਮਾਂ ਸੀਗਾ ਉਹ ਆਇਆ ਸੀ ਅਸ਼ੋਕ ਕਾਲ ਬ੍ਰਹਮੀ ਦਾ। ਬੇਸਿਕਲੀ ਜਿਹੜੀਆਂ ਭਾਰਤ ਦੀਆਂ ਪ੍ਰਾਚੀਨ ਲਿਪੀਆਂ ਨੇ ਉਹ ਦੋ ਮੰਨੀਆਂ ਗਈਆਂ ਨੇ, ਇੱਕ ਬ੍ਰਹਮੀ ਹੋ ਗਈ ਤੇ ਦੂਸਰੀ ਖਰੋਸਟੀ ਹੋ ਗਈ। ਖਰੋਸਟੀ ਕਿਹੜੀ ਸੀਗੀ ਜਿਹੜੀ ਸੱਜੇ ਪਾਸਿਓਂ ਖੱਬੇ ਵੱਲ ਨੂੰ ਲਿਖੀ ਜਾਂਦੀ ਸੀਗੀ, ਠੀਕ ਹੈ। ਖਰੋਸਟੀ ਲਿਪੀ ਵਿੱਚ ਜਿਵੇਂ ਹੁਣ ਆਪਾਂ ਆਮ ਤੌਰ ਤੇ ਆਪਣੀ ਜਿਹੜੀ ਗੁਰਮੁਖੀ ਲਿਪੀ ਹੈ ਜਾਂ ਦੇਵਨਾਗਰੀ ਜਾਂ ਇੱਧਰ ਸਾਈਡ ਦੀਆਂ ਜੋ ਵੀ ਬ੍ਰਹਮੀ ਤੋਂ ਆਈਆਂ ਨੇ ਲਿਪੀਆਂ ਉਹ ਕੀ ਨੇ, ਉਹ ਖੱਬੇ ਪਾਸਿਓਂ ਸਟਾਰਟ ਹੋ ਕੇ ਸੱਜੇ ਪਾਸੇ ਨੂੰ ਜਾਂਦੀਆਂ ਨੇ। ਪਰ ਜਿਹੜੀ ਖਰੋਸਟੀ ਲਿਪੀ ਸੀਗੀ ਉਹ ਕੀ ਸੀਗੀ, ਉਹ ਇਧਰੋਂ ਜਾਂਦੀ ਸੀਗੀ, ਉਹ ਸੱਜੇ ਪਾਸਿਓਂ ਕੀ ਸੀਗੇ ਖੱਬੇ ਪਾਸੇ ਨੂੰ ਲਿਖੀ ਜਾਂਦੀ ਸੀ। ਤੇ ਇਹ ਖਰੋਸ਼ਟੀ ਲਿਪੀ ਇੱਥੇ ਹੀ ਰਹਿ ਗਈ। ਤੇ ਜਿਹੜੀ ਬ੍ਰਹਮੀ ਲਿਪੀ ਸੀ ਅੱਗੇ ਬ੍ਰਹਮੀ ਦੀ ਲਿਪੀ ਫਿਰ ਅਸ਼ੋਕ ਕਾਲ ਦੀ ਜਿਹੜੀ ਬ੍ਰਹਮੀ ਸੀ ਜਾਂ ਫਿਰ ਧੰਮ ਸੀ, ਬ੍ਰਹਮੀ ਤੋਂ ਬਾਅਦ ਅਸ਼ੋਕ ਕਾਲ ਦੀ ਜਿਹੜੀ ਬ੍ਰਹਮੀ ਆਈ। ਤੇ ਜਦੋਂ ਬ੍ਰਹਮੀ ਆਪਣੀ ਪ੍ਰਾਚੀਨ ਲਿਪੀ ਹੈ ਇਸ ਟਾਈਮ ਤੇ ਇਹਦੇ ਵਿੱਚ ਕੀ ਸੀਗੇ ਕਿ 22 ਅੱਖਰ ਇਹਦੇ ਵਿੱਚ ਵਰਤੇ ਜਾਂਦੇ ਸੀਗੇ। ਇਹਦੇ ਵਿੱਚ ਕੀ ਸੀਗੇ 22 ਜਿਹੜੇ ਅੱਖਰ ਸੀਗੇ, ਠੀਕ ਹੈ, 22 ਅੱਖਰ ਇਹਦੇ ਵਿੱਚ ਵਰਤੇ ਜਾਂਦੇ ਸੀਗੇ ਬ੍ਰਹਮੀ ਲਿਪੀ ਵਿੱਚ। ਜਦੋਂ ਬ੍ਰਹਮੀ ਲਿਪੀ ਵਿਕਸਿਤ ਹੋਈ ਇਹਦੀ ਕੀ ਸੀਗੀ ਕਿ ਜਿਹੜੀ ਧੁਨੀ ਆਤਮਿਕ ਤੇ ਇਹਦੀ ਜਿਹੜੀ ਇਹ ਵਿਗਿਆਨਿਕ ਲਿਪੀ ਮੰਨੀ ਗਈ ਹੈ ਕਿਉਂਕਿ ਇਹਨੂੰ ਸਭ ਤੋਂ ਜ਼ਿਆਦਾ ਵਿਕਸਿਤ ਲਿਪੀ ਹੈ ਮੰਨਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਆਈ ਫਿਰ ਅਸ਼ੋਕ ਕਾਲ ਦੀ ਬ੍ਰਹਮੀ। ਅਸ਼ੋਕ ਕਾਲ ਦੀ ਬ੍ਰਹਮੀ ਜਾਂ ਫਿਰ ਧੰਮ ਇਹ ਲਿਪੀ ਵਿਕਸਿਤ ਹੋਈ। ਇਸ ਤੋਂ ਬਾਅਦ ਟਾਈਮ ਆਇਆ ਗੁਪਤ ਕਾਲ ਦੀ ਬ੍ਰਹਮੀ ਦਾ, ਜਿਹਨੂੰ ਕੀ ਆ ਗੁਪਤਾ ਨਾਮਰ
ਕਿਹਾ ਗਿਆ। ਇਸ ਜਿਹੜੀ ਲਿਪੀ ਹੈ ਇਹਨੂੰ ਵੀ ਸਵਮਾਨ ਦਾ ਜਿਹੜਾ ਦਰਜਾ ਮਿਲਿਆ। ਇਹ ਵੀ ਜਿਹੜੀ ਲਿਪੀ ਹੈ ਬਹੁਤ ਆਪਣੇ ਆਪ ਵਿੱਚ ਅਮੀਰ ਮੰਨੀ ਜਾਂਦੀ ਹੈ, ਬਹੁਤ ਇਸਨੂੰ ਇੱਕ ਵਿਕਸਿਤ ਲਿਪੀ ਜਿਹੜੀ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫਿਰ ਜਿਹੜੀ ਬ੍ਰਹਮੀ ਸੀ ਉਹ ਉੱਤਰੀ ਬ੍ਰਹਮੀ ਤੇ ਦੱਖਣੀ ਬ੍ਰਹਮੀ। ਇਹਦੇ ਇਸ ਟਾਈਮ ਤੇ ਦੋ ਟੁਕੜੇ ਹੋ ਗਏ, ਇੱਕ ਉੱਤਰ ਵਾਲੇ ਏਰੀਏ 'ਚ ਤੇ ਔਰ ਇੱਕ ਦੱਖਣ ਵਾਲੇ ਏਰੀਏ 'ਚ। ਇਹਨਾਂ ਦੋਨਾਂ ਦੀ ਆਪਸ 'ਚ ਕੀ ਆ ਅਲੱਗ-ਅਲੱਗ ਹੋ ਗਈ। ਇਹ ਗੁਪਤ ਕਾਲ ਤੋਂ ਬਾਅਦ ਇੱਕ ਉੱਤਰੀ ਬ੍ਰਹਮੀ ਬਣ ਗਈ ਔਰ ਇੱਕ ਦੱਖਣੀ ਬ੍ਰਹਮੀ ਬਣ ਗਈ। ਤੇ ਹੁਣ ਜਿਹੜੀ ਉੱਤਰੀ ਬ੍ਰਹਮੀ ਸੀ, ਉੱਤਰੀ ਬ੍ਰਹਮੀ ਵਿੱਚੋਂ ਫਿਰ ਜੋ ਆਪਣੇ ਲਿਪੀਆਂ ਸਾਹਮਣੇ ਆਈਆਂ, ਉੱਤਰੀ ਬ੍ਰਹਮੀ ਤੋਂ ਫਿਰ ਦੇਵਨਾਗਰੀ ਤੇ ਜਿਹੜੀ ਸ਼ਾਰਦਾ ਗਈ, ਇਹ ਦੋ ਲਿਪੀਆਂ ਉੱਤਰੀ ਬ੍ਰਹਮੀ ਤੋਂ ਪੈਦਾ ਹੋਈਆਂ। ਔਰ ਦੱਖਣੀ ਬ੍ਰਹਮੀ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਦੱਖਣੀ ਬ੍ਰਹਮੀ ਤੋਂ ਕਲਿੰਗ, ਤਾਮਲ, ਤੇਲਗੂ ਤੇ ਕਾਂਗੜੀ ਜਿਹੜੀਆਂ ਲਿਪੀਆਂ ਸੀਗੀਆਂ ਉਹਨਾਂ ਦੀ ਹੋਂਦ ਜੋ ਸਾਹਮਣੇ ਆਈ, ਉਹਨਾਂ ਦਾ ਜਿਹੜਾ ਜਨਮ ਹੋਇਆ। ਤੇ ਅੱਗੇ ਆਪਾਂ ਫਿਰ ਗੱਲ ਕਰਦੇ ਹਾਂ ਕਿ ਜਿਹੜੀ ਉੱਤਰੀ ਬ੍ਰਹਮੀ ਹੈ ਉਹਦੇ ਵਿੱਚੋਂ ਦੇਵਨਾਗਰੀ ਤੇ ਸ਼ਾਰਦਾ ਜਿਹੜੀਆਂ ਲਿਪੀਆਂ ਆਈਆਂ ਤੇ ਫਿਰ ਅੱਗੇ ਉਹਨਾਂ ਚੋਂ ਵੀ ਅਲੱਗ-ਅਲੱਗ ਜਿਹੜੀਆਂ ਲਿਪੀਆਂ ਦੀ ਹੋਂਦ ਹੈ, ਜਿਹੜੀ ਅਲੱਗ-ਅਲੱਗ ਲਿਪੀਆਂ ਦਾ ਜਨਮ ਹੈ ਉਹ ਸਾਹਮਣੇ ਆਇਆ। ਤਾਂ ਦੇਵਨਾਗਰੀ ਜਿਹੜੀ ਲਿਪੀ ਸੀਗੀ, ਦੇਵਨਾਗਰੀ ਅੱਜ ਦੀ ਜਿਹੜੀ ਆਪਣੀ ਹਿੰਦੀ ਭਾਸ਼ਾ ਬੋਲੀ ਜਾਂਦੀ ਹੈ, ਤਾਂ ਦੇਵਨਾਗਰੀ ਕੀ ਆ ਆਪਣੀ ਹਿੰਦੀ ਭਾਸ਼ਾ ਦੀ ਜਿਹੜੀ ਲਿਪੀ ਹੈ ਉਹ ਹੈ। ਤਾਂ ਦੇਵਨਾਗਰੀ ਵਿੱਚੋਂ ਵੀ ਅੱਗੇ ਲਿਪੀਆਂ ਦਾ ਵਿਕਾਸ ਹੋਇਆ, ਜਨਮ ਹੋਇਆ। ਉਹ ਕਿਹੜੀਆਂ ਸੀ? ਬੰਗਾਲੀ, ਗੁਜਰਾਤੀ, ਕੈਥੀ ਤੇ ਜਿਹੜੀਆਂ ਮਹਾਜਨੀ ਲਿਪੀਆਂ ਨੇ ਇਹਨਾਂ ਦਾ ਸੋਮਾ ਕੀ ਰਿਹਾ ਗਾ? ਦੇਵਨਾਗਰੀ ਇਹਨਾਂ ਦਾ ਸੋਮਾ ਰਿਹਾ। ਦੇਵਨਾਗਰੀ ਦੇ ਥਰੂ ਇਹਨਾਂ ਦਾ ਜਨਮ ਹੋਇਆ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਸ਼ਾਰਦਾ ਦੀ। ਇੱਕ ਸਾਈਡ ਦੇਵਨਾਗਰੀ ਦਾ ਟਾਈਮ ਚੱਲ ਪਿਆ, ਦੂਸਰੀ ਸਾਈਡ ਨਾਲੋਂ ਨਾਲ ਜਿਹੜਾ ਸ਼ਾਰਦਾ ਦਾ ਟਾਈਮ ਚੱਲ ਗਿਆ। ਸ਼ਾਰਦਾ ਤੋਂ ਅੱਗੇ ਲਿਪੀਆਂ ਜਿਹੜੀਆਂ ਵਿਕਸਿਤ ਹੋਈਆਂ। ਸ਼ਾਰਦਾ ਤੋਂ ਫਿਰ ਟਾਕਰੀ ਲਿਪੀ ਹੋਂਦ ਵਿੱਚ ਆਈ, ਕਸ਼ਮੀਰੀ ਸ਼ਾਰਦਾ ਹੋਂਦ ਵਿੱਚ ਆਈ ਤੇ ਗੁਰਮੁਖੀ ਜਿਹੜੀ ਹੋਂਦ ਵਿੱਚ ਆਈ। ਗੁਰਮੁਖੀ ਜਿਹੜੀ ਅੱਜ ਦੀ ਆਪਣੀ ਪੰਜਾਬੀ ਦੀ ਲਿਪੀ ਹੈ, ਜਿਹੜੀ ਅੱਜ ਦੀ ਪੰਜਾਬੀ ਭਾਸ਼ਾ ਨੂੰ ਸਥਿਰਤਾ ਤੇ ਸਦੀਕਤਾ ਦੇਣ ਵਾਲੀ ਲਿਪੀ ਹੈ ਉਹ ਹੈ ਗੁਰਮੁਖੀ। ਤਾਂ ਇਹ ਆਪਾਂ ਨੂੰ ਇੱਕ ਪਤਾ ਚੱਲਦਾ ਹੈ ਇਸ ਪੂਰੇ ਰੇਖਾ ਚਿੱਤਰ ਤੋਂ ਕਿ ਜਿਹੜੀ ਗੁਰਮੁਖੀ ਲਿਪੀ ਹੈ, ਜਿਹੜੀ ਗੁਰਮੁਖੀ ਲਿਪੀ ਦਾ ਆਪਣਾ ਜਨਮ ਹੈ ਉਹ ਬ੍ਰਹਮੀ ਤੋਂ ਸ਼ੁਰੂ ਹੋਇਆ ਗਾ। ਇਸ ਦੀ ਜਿਹੜੀ ਵਿਕਾਸ ਹੈ ਇਸ ਦਾ ਬ੍ਰਹਮੀ ਤੋਂ ਸ਼ੁਰੂ ਹੋਇਆ। ਬ੍ਰਹਮੀ ਆਪਣੇ ਬਹੁਤ ਸਮਿਆਂ ਵਿੱਚੋਂ ਲੰਘਦੀ ਹੋਈ ਅੱਜ ਦੀ ਜਿਹੜੀ ਗੁਰਮੁਖੀ ਹੈ ਉਸ ਲਿਪੀ ਨੂੰ ਇਸਨੇ ਜਨਮ ਦਿੱਤਾ। ਤਾਂ ਜਿਹੜੀ ਗੁਰਮੁਖੀ ਲਿਪੀ ਹੈ ਆਪਣੀ, ਜੇਕਰ ਆਪਾਂ ਗੱਲ ਕਰੀਏ ਗੁਰਮੁਖੀ ਲਿਪੀ ਦੀ ਨੇੜਤਾ ਕਿਸ ਨਾਲ ਹੈ ਕਿ ਬਹੁਤੀ ਨੇੜੇ ਗੁਰਮੁਖੀ ਲਿਪੀ ਕਿਹਦੀ ਹੈ, ਤਾਂ ਸਭ ਤੋਂ ਨੇੜੇ ਆਪਣੀ ਜਿਹੜੀ ਸ਼ਾਰਦਾ ਹੈ ਗੁਰਮੁਖੀ ਉਹਦੇ ਸਭ ਤੋਂ ਜ਼ਿਆਦਾ ਨੇੜੇ ਹੈ। ਜਿਹੜੀ ਪ੍ਰਾਚੀਨ ਭਾਰਤ ਦੀ ਅਗਰ ਆਪਾਂ ਲਿਪੀਆਂ ਦੀ ਗੱਲ ਕਰੀਏ ਤਾਂ ਉਹਦੇ ਬਾਰੇ ਜਿਹੜੇ ਐਲਬਰੂਨੀ ਸੀਗੇ, ਐਲਬਰੂਨੀ ਨੇ ਕੀ ਕਿਹਾਗਾ? ਐਲਬਰੂਨੀ ਨੇ ਜਾਣਕਾਰੀ ਦਿੱਤੀ। ਉਹਨੇ ਕਾਫੀ ਆਪਣੀਆਂ ਲਿਖਤ ਵਿੱਚ ਜਿਹੜੀਆਂ ਲਿਪੀਆਂ ਦੀ ਉਹ ਜਾਣਕਾਰੀ ਲੋਕਾਂ ਦੇ ਸਾਹਮਣੇ ਲਿਆਂਦੀ। ਉਸ ਸਮੇਂ ਵਿੱਚ ਕਹਿ ਰਿਹਾ ਕਿ ਉਹਨਾਂ ਨੇ 11 ਲਿਪੀਆਂ ਦਾ ਜ਼ਿਕਰ ਕੀਤਾ ਕਿ ਜੋ ਐਲਬਰੂਨੀ ਦਾ ਟਾਈਮ ਸੀਗਾ ਉਸ ਸਮੇਂ ਵਿੱਚ ਜਿਹੜੀਆਂ 11 ਮੁੱਖ ਲਿਪੀਆਂ ਸੀਗੀਆਂ ਉਹ ਪ੍ਰਚਲਿਤ ਸੀਗੀਆਂ, ਜਿਨ੍ਹਾਂ ਵਿੱਚੋਂ ਇੱਕ ਅਰਧਨਾਗਰੀ ਜਿਹੜੀ ਲਿਪੀ ਸੀਗੀ ਉਹ ਬਹੁਤ ਹੀ ਜ਼ਿਆਦਾ ਜਿਹੜੀ ਫੇਮਸ ਸੀਗੀ, ਬਹੁਤ ਹੀ ਜ਼ਿਆਦਾ ਜਿਹੜੀ ਉਸ ਸਮੇਂ ਵਿੱਚ ਵਿਕਸਿਤ ਸੀਗੀ। ਤੇ ਉਹ ਇੱਕ ਬਠਿੰਡੇ ਵਾਲੇ ਇਲਾਕੇ ਵਿੱਚ ਇੱਕ ਭੱਟੀ ਜਿਹੜੀ ਬੋਲੀ ਜਾਂਦੀ ਸੀ, ਇੱਕ ਭੱਟੀ ਲਿਪੀ ਪ੍ਰਚਲਿਤ ਸੀਗੀ। ਉਹ ਆਪਣੇ ਜਿਹੜੇ ਬਠਿੰਡੇ ਏਰੀਏ ਵਿੱਚ ਉਹ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਸੀਗੀ। ਸਮੇਂ ਦੇ ਨਾਲ ਨਾਲ ਕੀ ਹੋਇਆ ਕਿ ਇਹਨਾਂ ਲਿਪੀਆਂ ਵਿੱਚੋਂ ਹੀ ਅੱਗੇ ਹੋਰ ਲਿਪੀਆਂ ਬਣਦੀਆਂ ਗਈਆਂ, ਹੋਰ ਲਿਪੀਆਂ ਦਾ ਜਿਹੜਾ ਜਨਮ ਹੁੰਦਾ ਗਿਆ। ਤਾਂ ਪ੍ਰਾਚੀਨ ਪੰਜਾਬ ਵਿੱਚ ਜਿਹੜੀ ਸ਼ਾਰਦਾ ਸੀਗੀ, ਸ਼ਾਰਦਾ ਸੀਗੀ ਉਹ ਸਿੱਧ ਮਾਤ੍ਰਿਕਾ ਵੀ ਉਸਨੂੰ ਕਿਹਾ ਜਾਂਦਾ ਸੀਗਾ। ਤੇ ਉਸ ਟਾਈਮ ਤੇ ਉੱਥੇ ਟਾਕਰੇ ਤੇ ਇੱਕ ਲੰਡੇ ਦੀਆਂ ਜਿਹੜੀਆਂ ਲਿਪੀਆਂ ਸੀਗੀਆਂ ਉਹ ਵੀ ਬਹੁਤ ਜ਼ਿਆਦਾ ਪ੍ਰਸਿੱਧ ਹੋਈਆਂ ਸੀਗੀਆਂ ਸ਼ਾਰਦਾ ਦੇ ਜਿਹੜੇ ਸਮੇਂ ਤੇ। ਸ਼ਾਰਦਾ ਉਸ ਸਮੇਂ ਕਸ਼ਮੀਰੀ ਤੇ ਗੰਗਾ ਜਮਨਾ ਦੁਆਬ ਦੇ ਜਿਹੜਾ ਦੁਆਬਾ ਜਿਹੜਾ ਏਰੀਆ ਸੀ ਉਹਦੇ ਵਿੱਚ ਜ਼ਿਆਦਾਤਰ ਬੋਲੀ ਜਾਂਦੀ ਸੀਗੀ। ਸ਼ਾਰਦਾ ਦਾ ਜਿਹੜਾ ਏਰੀਆ ਸੀਗਾ ਉਹ ਕਿਹੜਾ ਸੀਗਾ? ਉਹ ਕਸ਼ਮੀਰ ਤੇ ਗੰਗਾ ਜਮਨਾ ਜਿਹੜਾ ਦੁਆਬੇ ਦਾ ਏਰੀਆ ਸੀਗਾ ਤੇ ਪੰਜਾਬ ਦੇ ਕੁਝ ਇੱਕ ਹੋਰ ਹਿੱਸਿਆਂ ਵਿੱਚ ਇਹ ਆਪਣੀ ਜਿਹੜੀ ਲਿਪੀ ਸੀ ਉਹ ਕਾਫੀ ਬੋਲੀ ਜਾਂਦੀ ਸੀਗੀ। ਜਿਹੜੀ ਹੁਣ ਆਪਣੀ ਸ਼ਾਰਦਾ ਦੀ ਟਾਕਰੀ ਆ ਔਰ ਗੁਰਮੁਖੀ ਲਿਪੀ ਆ ਇਹਨਾਂ ਵਿੱਚ ਕਾਫੀ ਜ਼ਿਆਦਾ ਸਮਾਨਤਾ ਹੈ, ਕਾਫੀ ਜ਼ਿਆਦਾ ਇਹ ਇੱਕ ਦੂਜੇ ਦੇ ਜਿਹੜੇ ਨੇੜੇ ਨੇ। ਗੁਰਮੁਖੀ ਦੇ ਜਿਹੜੇ 15 ਅੱਖਰ ਨੇ, ਗੁਰਮੁਖੀ ਦੇ ਜਿਹੜੇ 15 ਅੱਖਰ ਨੇ ਉਹ ਕੀ ਨੇ?
टाकरी दे नाल जिहड़े मेल खांदे ने और जिहड़े 7 अखर ने वो शारदा दे नाल मेल खांदे ने। गुरमुखी दे जिहड़े 15 अखर ने वो टाकरी नाल ने और 7 अखर ने जिहड़े वो शारदा नाल मेल खांदे ने, जिहड़े गुरमुखी लिपि दे विच प्रचलित ने। ते इस करके की है ना, जिहड़ी गुरमुखी लिपि है वो बहुत ही नेड़े किहदे आ, शारदा दे ते अपनी टाकरी जिहड़ी लिपि है ਉਹਦੇ बहुत ही ज़्यादा नेड़े हैं। तो इन्हां ਦੀਆਂ ਲੱਗਾ ਮਾਤਰਾ भी ने ਜਿਹੜੀਆਂ ना आपस ਵਿੱਚ ਇਹ काफ़ी मिलदियां जुलदियां ने। ਤੇ ਜਿਵੇਂ ਗੁਰਮੁਖੀ ਦੇ ਨਾਮ ਤੋਂ ਹੀ ਵਿਦਵਾਨਾਂ ਨੇ ਕਿਹਾ ਹੈ ਗੁਰਮੁਖਾਂ ਦੀ ਬੋਲੀ ਹੈ, ਗੁਰੂਆਂ ਦੇ ਮੁਖਾਂ ਤੋਂ ਉਪਜੀ ਹੋਈ ਕੀ ਹੈ, ਇਹ ਲਿਪੀ ਹੈ। ਤਾਂ ਗੁਰਮੁਖੀ ਨੂੰ ਗੁਰੂਆਂ ਦੀ ਦੇਣ ਵੀ ਕਿਹਾ ਜਾਂਦਾ ਹੈ। ਗੁਰੂ ਅੰਗਦ ਦੇਵ ਜੀ ਨੇ ਜੋ ਆਪਣੀ ਗੁਰਮੁਖੀ ਦੇ ਅੱਖਰਾਂ ਦੀ ਜਿਹੜੀ ਬਣਤਰ ਸੀ ਉਸਨੂੰ ਸੁੰਦਰ ਰੂਪ ਦਿੱਤਾ, ਉਹਨੂੰ ਜਿਹੜੇ ਅੱਖਰ ਸੀਗੇ ਉਹਨਾਂ ਨੂੰ ਜਿਹੜੀਆਂ ਧੁਨੀਆਂ ਦੇ ਆਕਾਰ ਸੀ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਆਕਾਰਾਂ ਦੇ ਰੂਪ ਵਿੱਚ ਦਿੱਤਾ ਤੇ ਉਸ ਦੀ ਸਹਿਯੋਗ ਜਿਹੜੀ ਵਰਤੋਂ ਸੀ ਉਹ ਕਰਨੀ ਸ਼ੁਰੂ ਕੀਤੀ ਔਰ ਉਸ ਦੀ ਜਿਹੜੀ ਵਿਆਕਰਣ ਸੀਗੀ ਉਸ ਨੂੰ ਜਿਹੜਾ ਵਿਆਕਰਣਬੱਧ ਕੀਤਾ ਗਿਆ। ਜਦੋਂ ਭਾਸ਼ਾ ਵਿਆਕਰਣਬੱਧ ਹੋ ਜਾਂਦੀ ਹੈ ਤਾਂ ਉਸ ਦਾ ਜਿਹੜਾ ਰੂਪ ਉਹ ਹੋਰ ਵੀ ਜ਼ਿਆਦਾ ਜਿਹੜਾ ਨਿਖਰ ਕੇ ਉਹ ਸਾਹਮਣੇ ਆ ਜਾਂਦਾ ਗਾ। ਤਾਂ ਇਸ ਤੋਂ ਪਿੱਛੋਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ कह लीए कि एक बहुत ही महान ग्रंथों में उन्होंने जी गिनती आती है, बहुत ही ज़्यादा महान ग्रंथ मन्ने गए। श्री गुरु ग्रंथ साहब की जी रचना हैगी है वो भी की है गुरमुखी लिपि दे विच कीती गई। तो जेडे गुरु ग्रंथ साहब जी के लिखारी सन, गुरु ग्रंथ साहब जी के लिखारी सीगे भाई गुरदास जी, उन्होंने कुछ होर जिहड़ियां लोड़ींदियां तब्दीलियां सीगियां ਉਹ ਲੋੜੀਂਦੀਆਂ ਤਬਦੀਲੀਆਂ ਜਿਹੜੀ ਗੁਰਮੁਖੀ ਲਿਪੀ ਆ ਉਹਦੇ ਵਿੱਚ ਕੀਤੀਆਂ, ਕਿਉਂਕਿ ਕੋਈ ਵੀ ਚੀਜ਼ ਆ ਜਿਹੜੀ ਉਹ ਇੱਕ ਸਥਿਰ ਨਹੀਂ ਹੁੰਦੀ, ਉਹਦੇ ਵਿੱਚ ਪਰਿਵਰਤਨ ਹੈ, ਹਮੇਸ਼ਾ ਹੁੰਦਾ ਰਹਿੰਦਾ। ਜਦੋਂ ਕਿ ਪਰਿਵਰਤਨ ਹੁੰਦਾ ਤਾਂ ਹੀ ਤਾਂ ਕੀ ਹੁੰਦੀ ਉਹ ਬੋਲੀ ਦਾ ਵਿਕਾਸ ਹੁੰਦਾ ਗਾ। ਤਾਂ ਇਸ ਕਰਕੇ ਭਾਈ ਗੁਰਦਾਸ ਜੀ ਨੇ ਵੀ ਇਹਦੇ ਵਿੱਚ ਜਿਹੜੀਆਂ ਲੋੜੀਂਦੀਆਂ ਤਬਦੀਲੀਆਂ ਸੀ ਜੋ ਹੋਣੀਆਂ ਚਾਹੀਦੀਆਂ ਸੀ, ਜੋ ਇਹਦੇ ਲਈ ਮਹੱਤਵ ਰੱਖਦੀਆਂ ਸੀਗੀਆਂ ਲਿਪੀ ਲਈ, ਉਹ ਕੀਤੀਆਂ। ਜੇਕਰ ਆਪਾਂ ਗੱਲ ਕਰੀਏ ਕਿ ਕੋਈ ਵੀ ਭਾਸ਼ਾ ਹੈਗੀ ਆ ਜਿਹੜੀ ਉਹ ਆਪਣੇ ਆਲੇ ਦੁਆਲੇ ਦੇ ਪ੍ਰਭਾਵ ਹੇਠਾਂ ਜ਼ਰੂਰ ਆਉਂਦੀ ਆ, ਤਾਂ ਜਿਹੜੀ ਗੁਰਮੁਖੀ ਲਿਪੀ ਹੈ ਉਹਦੇ ਉੱਤੇ ਵੀ ਪ੍ਰਭਾਵ ਪਿਆ। ਜਿਹੜੀ ਪੰਜਾਬੀ ਭਾਸ਼ਾ ਗਈ ਉਹਦੇ ਉੱਤੇ ਵੀ ਕੀ ਸੀ, ਜਿਹੜਾ ਫਾਰਸੀ ਤੇ ਜਿਹੜੇ ਅੰਗਰੇਜ਼ੀ ਭਾਸ਼ਾਵਾਂ ਦਾ ਜਿਹੜਾ ਪ੍ਰਭਾਵ ਸੀ ਉਹ ਪਿਆ। ਇਹਨਾਂ ਭਾਸ਼ਾਵਾਂ ਦੇ ਪ੍ਰਭਾਵ ਅਧੀਨ ਜਿਹੜੀ ਪੰਜਾਬੀ ਬੋਲੀ ਹੈ, ਪੰਜਾਬੀ ਬੋਲੀ ਵਿੱਚ ਜਿਹੜੇ 5 ਅੱਖਰ ਸੀਗੇ ਬਿੰਦੀ ਲਾ ਕੇ, ਪਹਿਲਾਂ 5 ਅੱਖਰ ਸੀ ਪਰ ਫਿਰ ਹੌਲੀ ਹੌਲੀ 6 ਅੱਖਰ ਹੋ ਗਏ। ਅੱਜ ਕੱਲ੍ਹ 6 ਅੱਖਰ ਪੈਰਬਿੰਦੀ ਵਾਲੇ ਜਿਹੜੇ ਪੰਜਾਬੀ ਭਾਸ਼ਾ ਵਿੱਚ ਪ੍ਰਚਲਿਤ ਨੇ। ਉਹ ਪੰਜਾਬੀ ਭਾਸ਼ਾ ਦਾ ਜਿਹੜਾ ਪ੍ਰਭਾਵ ਸੀ ਉਹ ਫਾਰਸੀ ਦਾ ਆਇਆ ਤੇ ਕੁਝ ਅੰਗਰੇਜ਼ੀ ਦਾ ਆਇਆ। ਉਹਨਾਂ ਕਰਕੇ ਕੀ ਸੀਗਾ, ਜਿਹੜਾ ਪੰਜਾਬੀ ਭਾਸ਼ਾ ਵਿੱਚ ਕੁਝ ਇੱਕ ਅੱਖਰ ਇਹੋ ਜਿਹੇ ਹੋ ਗਏ ਜਿਨ੍ਹਾਂ ਦੇ ਪੈਰ ਹੇਠਾਂ ਬਿੰਦੀ ਲਾ ਕੇ ਉਹਨਾਂ ਨੂੰ ਭਾਸ਼ਾ ਵਿੱਚ ਐਡ ਕੀਤਾ ਗਿਆ। ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਕਿ ਉਹ ਕਿਹੜੇ ਕਿਹੜੇ ਅੱਖਰ ਨੇ। सत्ते पैर बिंदी लाया गया, खखे पैर बिंदी लाया गया, सस्ते पैर बिंदी, खखे पैर बिंदी, जज्जे पैर बिंदी, फफे पैर बिंदी, लल्ले पैर बिंदी हैगी है जिहड़ी लल्ले पैर बिंदी भी प्रचलित हो चुकी है। तो एक सीगा गग्गे पैर बिंदी, ਜਿਹੜੇ ਇਹ ਅੱਖਰ ਨੇ ਇਹ ਪਹਿਲਾਂ ਪੰਜਾਬੀ ਵਿੱਚ ਸ਼ੁਰੂ ਤੋਂ ਨਹੀਂ ਸੀ ਲਿਆਂਦੇ ਗਏ। ਇਹ ਫਾਰਸੀ ਭਾਸ਼ਾ, ਅਰਬੀ ਭਾਸ਼ਾ ਤੇ ਜਿਹੜੀ ਆਪਣੀ ਅੰਗਰੇਜ਼ੀ ਭਾਸ਼ਾ ਸੀਗੀ, ਇਹਨਾਂ ਦਾ ਜਦੋਂ ਪ੍ਰਭਾਵ ਆਪਣੀ ਪੰਜਾਬੀ ਭਾਸ਼ਾ ਤੇ ਪਿਆ, ਉਹਨਾਂ ਦੇ ਪ੍ਰਭਾਵ ਹੇਠ ਆਉਣ ਕਰਕੇ ਇਹ ਕੁਛ ਇੱਕ ਅੱਖਰ ਸੀਗੇ ਜਿਹੜੇ ਉਹ ਫਾਰਸੀ ਤੇ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਨਾਲ ਆਪਣੀ ਪੰਜਾਬੀ ਜਿਹੜੀ ਬੋਲੀ ਆ, ਪੰਜਾਬੀ ਜਿਹੜੀ ਲਿਪੀ ਆ ਉਹਦੇ ਵਿੱਚ ਐਡ ਹੋਏ ਨੇ। ਤਾਂ ਵੈਸੇ ਤਾਂ ਜਿਹੜੀ ਗੁਰਮੁਖੀ ਲਿਪੀ ਹੈ ਜਿਹੜੀ ਪੰਜਾਬੀ ਭਾਸ਼ਾ ਉਹਨੂੰ 35 ਅੱਖਰੀ ਕਿਹਾ ਜਾਂਦਾ, ਕਿਉਂਕਿ 35 ਅੱਖਰਾਂ ਦੇ ਨਾਲ ਇਹ ਬਣਦੀ ਹੈ। 35 ਅੱਖਰਾਂ ਦਾ ਇੱਕ ਸੁਮੇਲ ਦੇ ਨਾਲ ਭਾਸ਼ਾ ਜਿਹੜੀ ਕੰਪਲੀਟ ਹੁੰਦੀ ਹੈ ਇਹ ਆਪਣੀ ਲਿਪੀ। ਪਰ ਇਹ ਅੱਖਰਾਂ ਦੇ ਪੈਰ ਬਿੰਦੀ ਲਾਉਣ ਕਰਕੇ ਜਿਹੜੇ ਪੰਜਾਬੀ ਭਾਸ਼ਾ ਦੇ ਅੱਖਰਾਂ ਦੀ ਗਿਣਤੀ ਆ ਉਹ 41 ਹੋ ਗਈ ਹੈ। ਅੱਜ ਕੱਲ੍ਹ ਜਿਹੜੀ ਆਪਣੀ ਪੰਜਾਬੀ ਭਾਸ਼ਾ ਦੀ ਅੱਜ ਦੇ ਟਾਈਮ ਵਿੱਚ ਉਹਨਾਂ ਦੇ 41 ਅੱਖਰ ਨੇ, ਪਰ ਫਿਰ ਵੀ ਸਿੱਖਦੇ ਟਾਈਮ ਪੰਜਾਬੀ ਨੂੰ 35 ਅੱਖਰੀ ਹੀ ਕਿਹਾ ਜਾਂਦਾ ਹੈ ਕਿ 35 ਅੱਖਰੀ ਸਿੱਖਣੇ ਕਿਵੇਂ ਸਿੱਖ ਸਕਦੇ ਹਾਂ ਆਪਾਂ, ਕਿਉਂ ਸਾਡੇ ਲਈ ਸਿੱਖਣੀ ਜ਼ਰੂਰੀ ਹੈ।
ਤਾਂ ਇਹਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਪੰਜਾਬੀ ਲਿਪੀ ਦੀ ਗੱਲ ਕੀਤੀ ਹੈ ਤੇ ਪੰਜਾਬੀ ਜਿਹੜੀ ਲਿਪੀ ਹੈ ਗੁਰਮੁਖੀ ਲਿਪੀ ਦਾ ਕਿਵੇਂ ਜਨਮ ਹੋਇਆ ਤੇ ਕਿਵੇਂ ਉਹਦਾ ਵਿਕਾਸ ਹੋਇਆ, ਕਿਹੜੀਆਂ ਉਹ ਲਿਪੀਆਂ ਵਿੱਚੋਂ ਦੀ ਲੰਘਦੀ ਹੋਈ ਆਪਣੇ ਅੱਜ ਦੇ ਰੂਪ ਤੱਕ ਪਹੁੰਚੀ ਹੈ। ਤਾਂ ਆਪਣਾ ਜਿਹੜਾ ਟੌਪਿਕ ਹੈ ਇੱਥੇ ਹੀ ਕੰਪਲੀਟ ਹੁੰਦਾ ਗਾ। ਨੈਕਸਟ ਜਿਹੜਾ ਟੌਪਿਕ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ।